ਬੰਦੀ ਛੋੜ ਦਿਵਸ ਤੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ, ਉੱਥੇ ਹੀ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੀ ਸਿੱਖ ਕੌਮ ਨੂੰ ਸੰਬੋਧਿਤ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੇ, ਪਰੰਤੂ ਪੁਲਿਸ ਵੱਲੋਂ ਉਹਨਾਂ ਨੂੰ ਬਾਹਰ ਹੀ ਰੋਕ ਲਿਆ ਗਿਆ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਤੋਂ ਬਾਅਦ ਉੱਥੇ ਤਿੱਖੀ ਨੋਕ-ਝੋਕ ਵੀ ਹੋਈ। ਮਤਵਾਚੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੱਤਰਕਾਰਾਂ ਦੇ ਰੂਬਰੂ ਹੋ ਕੇ ਉੱਥੇ ਹੀ ਕੌਮ ਦੇ ਨਾਮ ਸੰਦੇਸ਼ ਪੜ੍ਹਿਆ ਅਤੇ ਗੱਲਬਾਤ ਦੌਰਾਨ ਕਿਹਾ ਕਿ ਸਿੱਖਾਂ ਨੂੰ ਗੁਰੂ ਘਰ ਨਤਮਸਤਕ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ, ਪਰੰਤੂ SGPC ਨੂੰ ਸਾਡੇ ਤੋਂ ਪਤਾ ਨਹੀਂ ਕੀ ਖਤਰਾ ਆ ਤੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ SGPC ਤੋਂ ਦਰਬਾਰ ਸਾਹਿਬ ਦਾ ਕਬਜ਼ਾ ਜ਼ਰੂਰ ਛੁਡਾ ਲਿਆ ਜਾਵੇਗਾ। ਵਸਦੀਆਂ ਸਿੱਖ ਸੰਗਤਾਂ गुरु रूप खालसा जी, वाहिगुरु जी का खालसा, वाहिगुरु जी की फतेह। गुरु प्यारे गुरु सवारे खालसा जी, अज समुचा खालसा पंथ हर साल दी तर्ज उत्ते बंदी छोड़ दिवस मना रहा है। इस दिन असी गुरु हरगोबिंद साहब जी की गवालीयर के किले विचों 52 हिंदू राजियां समेत हुई रिहाई की खुशी नूं मनाउंदे हां, परंतु अज असी खुद बहुत सारे पक्षां तो एक कैद भोग रहे हाँ। जिवें गुरु ग्रंथ साहब जी की थां थां ते बेअदबी हो रही है, श्रोमणी गुरुद्वारा प्रबंधक कमेटी वर्गी जुम्मेवार संस्था के प्रबंध विचों 328 ਸਰੂਪ गुम हो रहे हैं। इन्हां बेअदबियां नूं रोकण विच असीं बेवस होए पए हां, क्योंकि साडी जमीर अते आत्मा किसी होर प्रभाव की कैद विच है। अजिहियां बेअदबियां लई जिथे गुरु दोखी ਜਾਂ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਸਾਰੀਆਂ ਪੰਥਕ ਸੰਸਥਾਵਾਂ ਦਾ ਵਿਗਾੜਿਆ ਪ੍ਰਬੰਧ ਵੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਇਹਨਾਂ ਦਾ ਇਨਸਾਫ ਲੈਣ ਵਾਸਤੇ ਸਾਨੂੰ ਵਿਗੜੇ ਪ੍ਰਬੰਧ ਵਿੱਚ ਸੁਧਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਦੂਜੇ ਨੰਬਰ ਉੱਤੇ ਅੱਜ ਭਾਰਤ ਦੇਸ਼ ਵਿੱਚ ਦੇਸ਼ ਦਾ ਅੰਨਦਾਤਾ ਸਰਕਾਰੀ ਜਬਰ ਅਤੇ ਕੂਟਨੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਕਾਲ ਤਖਤ ਸਾਹਿਬ ਹਰ ਖੇਤਰ ਵਿੱਚ ਵਿਚਰਦੇ ਪ੍ਰਾਣੀ ਦੀ ਆਜ਼ਾਦੀ ਦਾ ਜਾਮਣ ਹੈ ਅਤੇ ਨਾਲ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਹਰ ਖੇਤਰ ਵਿੱਚ ਅਗਵਾਈ ਕਰਦਾ ਹੈ। ਖਾਲਸੇ ਦੀ ਸਰਜ਼ਮੀਨ ਪੰਜਾਬ ਵਿੱਚ ਬਹੁ ਗਿਣਤੀ ਕਿਸਾਨ ਸਿੱਖ ਪੰਥ ਦਾ ਅੰਗ ਹਨ। ਇਸ ਕਰਕੇ ਅੱਜ ਦੇ ਦਿਨ ਉੱਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਕਾਰਜਕਾਰੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੋਂ ਬੰਦੀ ਛੋੜ ਦਿਵਸ ਉੱਤੇ ਕਿਸਾਨਾਂ ਦੀ ਕਾਲੇ ਕਾਨੂੰਨਾਂ ਅਤੇ ਮਾੜੀਆਂ ਸਰਕਾਰ ਦੀਆਂ ਨੀਤੀਆਂ ਤੋਂ ਖਲਾਸੀ ਦੀ ਅਰਦਾਸ ਕਰਦਾ ਹੋਇਆ ਭਾਰਤ ਸਰਕਾਰ ਨੂੰ अपील करदा हाँ कि बंदी छोड़ दिवस के मौके सरकार किसानां नूं काले कानूनां तो आज़ाद करे अते उन्हां दीआं भावनावां नूं समझदिआं किसानां दे हक बहाल करे। अकाल तख्त साहब जी की मर्यादा अते इतिहास है कि हमेशा मजलूमां अते पीड़तां दी धिर बनना है। इस करके दुनिया भर के पीड़तां अते खास करके भारत के किसानां अते दलितां उत्ते हो रहे सरकारी जबर के विरोध विच अज भी अकाल तख्त साहब पीड़तां दे नाल खड़ा है। मामलिਆਂ उत्ते सिर्फ चर्चा करनी जां झोरा करके चुप कर जाना कदे किसी मसले का हल नहीं कर सकदा। इत्थे बहुत सारे हाकम अते हुकूमतां आए, पर कुछ समय बाद इतिहास के काले पन्ने लिख के चलते बने। जित हमेशा
ਸੱਚ ਦੀ ਹੋਈ ਹੈ। ਸੱਚ ਉੱਥੇ ਪ੍ਰਗਟ ਹੁੰਦਾ ਹੈ ਜਿੱਥੇ ਸਮੁੱਚਾ ਪੰਥ ਗੁਰੂ ਸ਼ਬਦ ਦੇ ਵਿਚਾਰ ਦੀ ਰੋਸ਼ਨੀ ਵਿੱਚ ਇਕੱਤਰ ਹੋ ਕੇ ਇੱਕ ਆਵਾਜ਼ ਇੱਕ ਸੁਰ ਵਿੱਚ ਵਿਚਰਦਾ ਹੋਵੇ। ਪਰੰਤੂ ਅੱਜ ਖਾਲਸਾ ਪੰਥ ਛੋਟੇ ਛੋਟੇ ਜਥਿਆਂ ਵਿੱਚ ਵੰਡਿਆ ਖੁਆਰ ਹੋ ਰਿਹਾ ਹੈ। ਸਿੱਖ ਖਾਨਾ ਜੰਗੀ ਵੱਲ ਵੱਧ ਰਹੇ ਹਨ। ਸਰਕਾਰਾਂ ਨੇ ਸਿੱਖਾਂ ਉੱਤੇ ਬਹੁਤ ਜ਼ਬਰ ਕੀਤਾ ਹੈ, ਪਰੰਤੂ ਅੱਜ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਵੀ ਨਰੈਣੂ ਮਹੰਤ ਬਣ ਕੇ ਸਿੱਖਾਂ ਉੱਤੇ ਜ਼ਬਰ ਢਾ ਰਹੇ ਹਨ। ਇਸ ਕਰਕੇ ਅੱਜ ਬੰਦੀ ਛੋੜ ਦਿਵਸ ਉੱਤੇ ਜਿੱਥੇ ਖਾਲਸਾ ਪੰਥ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਖੁਸ਼ੀ ਮਨਾ ਰਿਹਾ ਹੈ, ਉੱਥੇ ਹੁਣ ਪੰਥਕ ਸੰਸਥਾਵਾਂ ਨੂੰ ਮਸੰਦਾਂ ਜਾਂ ਨਰੈਣੂ ਮਹੰਤਾਂ ਦੀ ਕੈਦ ਵਿੱਚੋਂ ਰਿਹਾ ਕਰਵਾਉਣ ਅਤੇ ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਏ ਵਿਗਾੜ ਨੂੰ ਖਤਮ ਕਰਨ ਵਾਸਤੇ ਚਿੰਤਨ ਕਰੇ ਅਤੇ ਧੜੇਬੰਦੀਆਂ ਦੀ ਦਲਦਲ ਵਿੱਚੋਂ ਨਿਜਾਤ ਪਾ ਕੇ ਇੱਕ ਸੁਧਾਰ ਲਹਿਰ ਆਰੰਭ ਕਰੇ। ਅੰਤ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਮੁੱਚੇ ਸੰਸਾਰ ਵਿੱਚ ਅਮਨ ਭਾਈਚਾਰਕ ਸਾਂਝਾਂ ਕੁਦਰਤ ਨਾਲ ਪਿਆਰ ਅਤੇ ਤਰੱਕੀਆਂ ਵਾਸਤੇ ਅਰਦਾਸ ਕਰਦਾ ਹੋਇਆ ਸਮੁੱਚੀ ਮਾਨਵਤਾ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਾ ਹਾਂ ਅਤੇ ਅੱਜ ਦੇ ਦਿਨ ਦੇ ਉੱਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਦੋਂ ਗਵਾਲੀਵਾਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਆਏ ਸੀ, ਉਹਨਾਂ ਦੇ ਨਾਲ 52 ਹਿੰਦੂ ਜਿਹੜੇ ਰਾਜੇ ਸੀ ਉਹ ਵੀ ਬਾਹਰ ਉਹਨਾਂ ਦੀ ਵੀ ਬੰਦ ਖਲਾਸੀ ਹੋਈ ਸੀ। ਪਰ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਅਥਾਹ ਕੁਰਬਾਨੀਆਂ ਦਿੱਤੀਆਂ, ਪਰ ਅੱਜ ਬੜੇ ਚਿਰ ਤੋਂ ਲਗਭਗ ਅੱਧੀ ਸਦੀ ਸਾਡੇ ਜਿਹੜੇ ਸਿੱਖ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ, ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੇ ਸਮੇਤ ਇਹ ਸਾਡੇ ਜਿਹੜੇ ਸਿੰਘ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਔਰ ਇਹ ਸਾਡੇ ਨਾਲ ਇੱਕ ਧੱਕਾ ਹੈ। ਪਿਛਲੇ ਸਮੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਉੱਤੇ ਸਰਕਾਰ ਨੇ ਇੱਕ ਆਫੀਸ਼ੀਅਲੀ ਬਿਆਨ ਦਿੱਤਾ ਸੀ ਕਿ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਉੱਤੇ ਅਸੀਂ 8-9 ਕੈਦੀਆਂ ਦੀ ਰਿਹਾਈ ਕਰਾਂਗੇ, ਪਰ ਉਸ ਗੱਲ ਨੂੰ ਰਿਹਾ ਕਰਨ ਦੀ ਬਜਾਏ ਠੰਡੇ ਬਸਤੇ ਵਿੱਚ ਪਾ ਦਿੱਤਾ। ਮੈਂ ਸਮਝਦਾ ਹਾਂ ਕਿ ਇਹ ਜਿੱਥੇ ਲੋਕਤੰਤਰ ਦੇ ਉੱਤੇ ਇੱਕ ਬਹੁਤ ਵੱਡਾ ਧੱਬਾ ਹੈ, ਉੱਥੇ ਸਿੱਖ ਕੌਮ ਦੇ ਨਾਲ ਇੱਕ ਬਹੁਤ ਬੇਇਨਸਾਫੀ ਹੈ। ਸੋ ਅਸੀਂ ਅੱਜ ਅਰਦਾਸ ਕਰਨ ਆਏ ਹਾਂ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਸੀਂ ਹਾਜ਼ਰੀ ਦੇ ਵਿੱਚ ਖੜ੍ਹੇ ਹਾਂ, ਬੇਸ਼ੱਕ ਇੱਥੇ ਪੁਲਿਸ ਦੇ ਜ਼ਬਰ ਨੇ, ਜਿਵੇਂ ਕਿ ਚੋਰ ਕੁੱਤੀ ਰਲੇ ਹੋਏ ਨੇ, ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਣ ਦਿੱਤਾ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੌਮ ਦੇ ਨਾਂ ਸੰਦੇਸ਼ ਨਹੀਂ ਪੜ੍ਹਨ ਦਿੱਤਾ। ਪਰ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਅੰਦਰ ਬੈਠੇ ਮਸੰਦਾਂ ਨੂੰ ਔਰ ਇੱਥੋਂ ਦੀ ਜਿਹੜੀ ਕੈਪਟਨ ਸਰਕਾਰ ਤੇ ਉਹਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਲੋਕ ਹਾਂ ਕਿ ਕੋਈ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਇੱਥੇ ਅੰਦਰ ਨਹੀਂ ਸੀ ਜਾਣ ਦਿੱਤਾ, ਅਸੀਂ ਉਹਦੇ ਵਾਰਸ ਹਾਂ, ਅਸੀਂ ਉਹਦੇ ਵਾਰਸ ਆਏ ਹਾਂ ਤੇ ਅਸੀਂ ਇੱਥੋਂ ਦਾ ਮਾਹੌਲ, ਇੱਥੋਂ ਦੀ ਮਰਜ਼ਾਦਾ ਜਿਹੜੀ ਹੈ ਉਹਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਅਸੀਂ ਉਹਦੇ ਵਿੱਚ ਕੋਈ ਵੀ ਵਾਅਦਾ ਨਹੀਂ ਪਾਉਣਾ ਚਾਹੁੰਦੇ। ਅਸੀਂ ਬਾਹਰ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਜਾਪ ਕਰਕੇ ਸਤਿਨਾਮ ਵਾਹਿਗੁਰੂ ਦਾ ਅਸੀਂ ਜੋ ਸਾਡਾ ਫਰਜ਼ ਬਣਦਾ, ਜੋ ਸਰਬੱਤ ਖਾਲਸੇ ਨੇ ਸਾਡੀ ਡਿਊਟੀ ਲਾਈ ਹੈ ਸੰਦੇਸ਼ ਪੜ੍ਹਨ ਦੀ, ਤੇ ਉਹ ਅਸੀਂ ਅੱਜ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ। ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਦਾ ਹਾਂ, ਜਥੇਦਾਰ ਹੋਣ ਦੇ ਨਾਤੇ, ਐਕਟਿੰਗ ਜਥੇਦਾਰ ਹੋਣ ਦੇ ਨਾਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਦੇ ਵਿੱਚ ਕਿ ਖਾਲਸਾ ਪੰਥ ਜੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਚਾਰ ਚਫੇਰਿਓਂ ਸਰਕਾਰਾਂ ਨੇ ਤੇ ਸਮੇਂ ਨੇ ਮਾਰਿਆ ਔਰ ਜਿਨ੍ਹਾਂ ਨੇ ਸਾਡਾ ਬੁਰਾ ਹਾਲ ਕੀਤਾ, ਘਰੋਂ ਘਰ ਕੀਤਾ ਹੈ। ਅਸੀਂ ਜਿਹੜੇ ਮਰਨ ਵਾਲੇ ਆ, ਜਿਹੜੇ ਅਸੀਂ ਜ਼ੁਲਮ ਦੀ ਖਾਤਰ ਲੜਨ ਵਾਲੇ ਆ, ਖਾਸ ਕਰਕੇ ਉਹਨਾਂ ਦੇ
ਸਾਰਿਆਂ ਦੇ ਚਰਨਾਂ ਵਿੱਚ ਮੇਰੀ ਅਪੀਲ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੋ ਪੰਥ ਦਾ ਝੰਡਾ ਹੈ, ਜੋ ਸੱਚਾਈ ਦਾ ਝੰਡਾ ਹੈ, ਉਹਨੂੰ ਚੁੱਕ ਕੇ ਅਸੀਂ ਗੁਰਮਰਜ਼ਾਦਾ ਨੂੰ ਬਹਾਲ ਕਰੀਏ। ਦੇਖੋ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਹਰ ਸਿੱਖ ਜਦੋਂ ਅਰਦਾਸ ਕਰਨ ਆਉਂਦਾ ਹੈ, ਕੋਈ ਗੈਰ ਸਿੱਖ ਵੀ ਅਰਦਾਸ ਕਰਨ ਆਉਂਦਾ ਹੈ, ਗੁਰੂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਭਰਦੇ ਨੇ। ਪਰ ਅੱਜ ਕਿੱਡੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਇੱਥੇ ਸੱਚ ਦੀ ਗੱਲ ਕਰਦਾ ਹੈ, ਜਿਹੜਾ ਇੱਥੇ 328 ਸਰੂਪਾਂ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ, ਅਸੀਂ ਗੱਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਪਰ ਬੜਾ ਅਫਸੋਸ ਹੈ ਕਿ ਪਿਛਲੇ ਸਮੇਂ ਦੌਰਾਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਜੋ ਲਗਭਗ 250 ਵਾਰ ਬੇਅਦਬੀ ਹੋਈ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਇਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਮੂੰਹ ਵਿੱਚ ਘੁੰਗਣੀਆਂ ਪਾ ਕੇ ਆਪਣੀ ਜ਼ਿੰਮੇਵਾਰੀ ਨੂੰ ਪਾਸੇ ਰੱਖ ਕੇ ਕਿਤੇ ਵੀ 1 ਮਿੰਟ ਦੇ ਲਈ ਕੋਈ ਧਰਨਾ ਨਹੀਂ ਦਿੱਤਾ, ਕੋਈ ਬਿਆਨ ਨਹੀਂ ਦਿੱਤਾ, ਕੋਈ ਵਿਰੋਧ ਨਹੀਂ ਕੀਤਾ। ਪਰ ਸਾਨੂੰ ਕੀ ਪਤਾ ਸੀ ਕਿ ਘਰੇ ਹੀ ਸਾਰਾ ਕੁਝ ਜਿਹੜਾ ਘਰ ਦਾ ਭੇਤੀ ਲੰਕਾ ਢਾਏ ਉਹਦੇ ਮੁਤਾਬਕ ਕਿ ਗੁਰੂ ਅਸੀਂ ਤਾਂ ਬਾਹਰਲਿਆਂ ਨੂੰ ਫੜਦੇ ਫਿਰਦੇ ਹਾਂ, ਬਾਹਰਲਿਆਂ ਨੂੰ ਸਜ਼ਾ ਦਿਵਾਉਂਦੇ ਫਿਰਦੇ ਹਾਂ। ਪਰ ਸਾਨੂੰ ਕੀ ਪਤਾ ਸੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕਾਂ ਨੇ ਬੜੀ ਆਸਥਾ ਨਾਲ, ਬੜੀ ਸ਼ਰਧਾ ਦੇ ਨਾਲ ਚੁਣਿਆ ਕਿ ਇਹ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਗੁਰੂ ਦਾ ਪ੍ਰਚਾਰ ਤੇ ਧਰਮ ਦਾ ਪ੍ਰਸਾਰ ਜਿਹੜਾ ਉਹ ਕਰੂਗੀ। ਸਾਨੂੰ ਕੀ ਪਤਾ ਸੀ ਕਿ ਉਹਨਾਂ ਨੇ ਖੁਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਆ। ਔਰ 328 ਸਰੂਪ ਮੂੰਹ ਨਾਲ ਕਹਿਣੇ ਬੜੇ ਔਖੇ ਲੱਗਦੇ ਨੇ, ਪਰ ਤੁਸੀਂ ਦੇਖ ਲਓ ਕਿ ਕਿਵੇਂ ਬਿਆਨ ਦੇ ਕੇ SGPC ਕਿਵੇਂ ਇਹਨਾਂ ਦਾ ਬਣਾਇਆ ਹੋਇਆ ਲਿਫਾਫੇ 'ਚੋਂ ਨਿਕਲਿਆ ਹੋਇਆ ਜਥੇਦਾਰ ਇੱਕ ਦੂਜੇ ਤੇ ਜ਼ਿੰਮੇਵਾਰੀ ਪਾਏ ਕੇ ਕਿਵੇਂ ਉਹ ਆਪਣੇ ਬਿਆਨ ਤੋਂ ਭੱਜਦੇ ਹੋਏ ਇੱਥੇ ਨਹੀਂ ਬਸ ਹੋਈ। ਉਹਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਸਰਕਾਰ ਦੇ ਨਾਲ ਰਲ ਕੇ ਔਰ ਜਿਹੜੇ ਸਿੱਖ ਇਨਸਾਫ ਮੰਗਦੇ ਸੀ ਉਹਨਾਂ ਨੂੰ ਜਵਾਬ ਦੇਣ ਦੀ ਥਾਂ ਤੇ ਉਹਨਾਂ ਦੀਆਂ ਲੱਤਾਂ ਤੋੜੀਆਂ, ਉਹਨਾਂ ਨੂੰ ਡਾਂਗਾ ਮਾਰੀਆਂ, ਉਹਨਾਂ ਨੂੰ ਕੇਸਾਂ ਤੋਂ ਫੜ ਕੇ ਖਿੱਚਿਆ ਗਿਆ, ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਉਹ ਲਾਈਆਂ ਗਈਆਂ। ਔਰ ਅੱਜ ਵੀ ਇੱਥੇ ਧਰਨਾ ਲੱਗਾ ਹੋਇਆ ਭਾਈ ਵਡਾਲਾ ਵੱਲੋਂ, ਤੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਸਾਨੂੰ 328 ਸਰੂਪਾਂ ਦਾ ਹਿਸਾਬ ਦਿਓ। ਦੇਖੋ ਸਾਧ ਸੰਗਤ ਜੀ, ਮੈਂ ਸਮੁੱਚੇ ਖਾਲਸਾ ਪੰਥ ਨੂੰ ਜਿਹੜਾ ਕਿ ਅੱਜ ਸੁਣ ਰਿਹਾ ਹੈ, ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਬੇਅਦਬੀ ਹੋਈ ਆ, ਇਹ ਜਿਹੜਾ ਸਾਨੂੰ ਹਿਸਾਬ ਕਿਤਾਬ ਸਰਕਾਰ ਦੇ ਜ਼ੋਰ ਦੇ ਨਾਲ ਨਹੀਂ ਦਿੱਤਾ ਜਾ ਰਿਹਾ। ਖਾਲਸਾ ਪੰਥ ਬੜਾ ਸਮਰੱਥ ਹੈ, ਸਮਾਂ ਆਉਣ ਦਿਓ, ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਹਿਸਾਬ ਜਿਹੜਾ ਉਹ ਲਿਆ ਜਾਊਗਾ। ਔਰ ਜਿਹੜਾ ਇੱਥੇ ਨਰੈਣੂ ਮਹੰਤਾਂ ਦਾ ਕਬਜ਼ਾ, ਜਿਸ ਕਬਜ਼ੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਦੀ ਸਰਪ੍ਰਸਤੀ ਹੈ, ਉਹਨਾਂ ਨੂੰ ਇੱਥੋਂ ਬਾਹਰ ਕਰਕੇ ਇੱਥੇ ਪੰਥ ਦਾ, ਕੌਮ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ, ਉਹ ਕੌਮ ਦੇ ਹਵਾਲੇ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਲੱਗਦਾ ਨਹੀਂ ਪ੍ਰਾਈਵੇਟ ਪ੍ਰਾਪਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਸ ਤਰ੍ਹਾਂ ਮੱਥਾ ਨਹੀਂ ਟੇਕਣ ਦਿੱਤਾ ਗਿਆ, ਤੁਹਾਨੂੰ ਅਰਦਾਸ ਨਹੀਂ ਕਰਨ ਦਿੱਤੀ ਗਈ? ਦੇ ਦੇ ਯਾਰ, ਦੇਖੋ ਕੀ ਕਰਨਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਖਾਲਸਾ ਪੰਥ ਜਿਹੜਾ ਹੈ, ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਇਹ ਉਦੋਂ ਵੀ ਚੁੱਪ ਕਰਕੇ ਨਹੀਂ ਬੈਠਿਆ। ਅਗਰ ਕੋਈ ਇਹ ਸੋਚਦਾ ਹੈ ਕਿ ਇਸ ਆਵਾਜ਼ ਨੂੰ, ਇਨਸਾਫ ਦੀ ਆਵਾਜ਼ ਨੂੰ, ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਜਾਊਗਾ ਜਾਂ ਬੰਦ ਕਰ ਦਿੱਤਾ ਜਾਊਗਾ, ਉਹ ਭੁਲੇਖੇ ਵਿੱਚ ਹੈ। ਖਾਲਸਾ ਪੰਥ ਜਿਹੜਾ ਹੈ ਕਿਸੇ ਸਮੇਂ ਦੀ ਉਡੀਕ ਕਰ ਰਿਹਾ ਹੈ। ਔਰ ਇੱਥੇ ਇਹ ਜਿਹੜਾ ਮਹੰਤਾਂ ਦਾ ਕਬਜ਼ਾ ਹੈ, ਇਹਨੂੰ ਖਾਲਸਾ ਪੰਥ ਛਡਾ ਕੇ ਇਹਨੂੰ ਕੌਮ ਦੇ ਹਵਾਲੇ ਕਰੂਗਾ। ਔਰ ਇਹ ਵਿਤਕਰਾ ਹੋ ਰਿਹਾ ਹੈ, ਇੱਥੇ ਤਾਂ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਰਿਹਾ, ਪਰ ਇੱਥੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਰੋਕਿਆ ਜਾ ਰਿਹਾ ਜਿਹੜੇ ਕੌਮ ਦੇ ਲਈ ਅੱਜ ਤੱਕ ਲੜੇ ਨੇ, ਜਿਨ੍ਹਾਂ ਨੇ ਸ਼ਹੀਦੀਆਂ ਵੀ ਪਾਈਆਂ, ਜਿਨ੍ਹਾਂ ਨੇ ਤਸ਼ੱਦਦ ਵੀ ਝੱਲੇ ਆ, ਉਹਨਾਂ ਵਾਸਤੇ ਅੱਜ ਦਰਵਾਜ਼ੇ ਬੰਦ ਕਰ ਦਿੱਤੇ ਆ। ਇਹ ਸਾਡੀ ਕੌਮ ਦੇ ਵਾਸਤੇ ਬੜੀ ਨਮੋਸ਼ੀ ਦੀ ਗੱਲ ਹੈ। ਸਿੱਖ ਜਥੇਬੰਦੀਆਂ ਕੱਲ੍ਹ ਅਰਦਾਸ ਕਰਨ ਵਾਸਤੇ ਪਹੁੰਚ ਰਹੀਆਂ ਜੀ, ਕਿ ਲੱਗਦਾ ਨਹੀਂ ਕਲੈਸ਼ ਹੋ ਸਕਦਾ ਦੁਬਾਰਾ ਜੀ? ਦੇਖੋ, ਸਿੱਖ ਕਿਤੇ ਵੀ ਬੈਠਾ, ਦੇਸ਼ ਵਿੱਚ ਬੈਠਾ, ਵਿਦੇਸ਼ ਵਿੱਚ ਬੈਠਾ ਹੈ, ਜਦੋਂ ਉਹਨੇ ਕੋਈ ਗੱਲ ਕਰਨੀ ਹੈ, ਉਹਨੇ ਕੋਈ ਪ੍ਰੋਗਰਾਮ ਦੇਣਾ ਹੈ,
ਉਹਨੇ ਅਰਦਾਸ ਤਾਂ ਗੁਰੂ ਦੇ ਚਰਨਾਂ ਵਿੱਚ ਹੀ ਕਰਨੀ ਹੈ। ਔਰ ਸ੍ਰੀ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਇੱਥੇ ਆ ਕੇ ਹਰ ਸਿੱਖ ਜਿਹੜਾ ਅਰਦਾਸ ਕਰਦਾ ਹੈ, ਤੇ ਜੇ ਕੋਈ ਉਹਨਾਂ ਨੂੰ ਰੋਕਦਾ, ਜੇ ਉਹਦੇ ਵਿੱਚ ਕੋਈ ਰੁਕਾਵਟ ਪਾਉਂਦਾ, ਤੇ ਗੁਰੂ ਘਰ ਦੇ ਵਿੱਚ ਵੀ ਤੇ ਸੰਗਤ ਦੇ ਵਿੱਚ ਵੀ ਉਹ ਦੋਸ਼ੀ ਹੋਊਗਾ।